ਆ ਦੇਖੋ ਜੀ ਸਿਰ ਪਾੜਿਆ ਕਿਰਾਇਆ ਲੈਣ ਵਿੱਚ ਰਾਜ ਐਮਸੀ ਉਹਦੇ ਮੁੰਡੇ ਨੇ ਵੀ ਆ ਦੇਖੋ ਜੀ ਆ ਦੇਖੋ ਇੱਧਰ ਕਿਰਾਇਆ ਮੰਗਣ ਪਿੱਛੇ ਸਿਰ ਪਾੜਿਆ ਇਹਨਾਂ ਨੇ। डॉक्टर कंबोज ਨੂੰ ਜਾਂ मैडम कंबोज ਦਾ कोरोना पॉजिटिव आया है जो कि बिल्कुल निराधार और झूठी अफवाह है। ਮੈਨੂੰ नहीं पता भी वो क्यों ਤੇ ਕਿਵੇਂ फैली है। ਕੱਟ ਨਾ ਮਾਰੋ, ਡੀਸੀ ਸਾਹਿਬ ਦੀ ਮਨਜ਼ੂਰੀ ਆ ਵੀ ਜੋ ਵੀ ਹੈ ਬੰਦੇ ਆਪੋ ਆਪਦੇ ਘਰੇ ਜਾਓ। ਤੇ ਉਸ ਦੇ ਬਾਵਜੂਦ ਇੱਕ ਦੁਕਾਨਦਾਰ ਉਹਨਾਂ ਨਾਲ ਜਿੱਦਾਂ ਰਿਹਾ ਤੇ ਉਸ ਕਾਰਨ ਉਹਨਾਂ ਦੀ ਲੜਾਈ ਵੀ ਹੋ ਗਈ। ਝੜਪ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਗਈ ਹੈ ਤੇ ਉਹਦੇ ਸੱਟਾਂ ਵੀ ਲੱਗੀਆਂ। ਜਦੋਂ ਅਸੀਂ ਕੋਲੇ ਗਏ ਆ ਬਾਕੀ ਦੋ ਮੁਲਾਜ਼ਮ ਸੀਗੇ, ਅਸੀਂ ਕੋਲ ਗਏ ਤਾਂ ਉਹਨਾਂ ਨੇ ਸਾਡੇ ਨਾਲ ਵੀ ਹੱਥੋਂ-ਪਾਈ ਕੀਤੀ। ਉਹਨਾਂ ਦੇ ਦੋ ਲੜਕੇ ਹੋਰ ਉਹ ਵੀ ਆ ਗਏ ਸੀ ਮੌਕੇ ਤੇ ਦੋ ਉਹਨਾਂ ਨਾਲ ਅਣਪਛਾਤੇ ਵਿਅਕਤੀ ਸੀਗੇ। ਤਾਂ ਇਸ ਦੌਰਾਨ ਇੱਕ ਲੜਕੇ ਨੇ ਛੁਰੀ ਚੱਕ ਕੇ ਕੁਲਦੀਪ ਸਿੰਘ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਸਿੰਘ ਨੇ ਆਪਣੀ ਖੱਬੀ ਬਾਂਹ ਅੱਗੇ ਕੀਤੀ ਤਾਂ ਉਹਨਾਂ ਦੀ ਬਾਂਹ ਤੇ ਕੱਟ ਵੀ ਲੱਗਿਆ। देखो श्री मुक्तसर साहिब दे काउंसलर रजिंदर राजा दी शर्मनाक करतूत वीडियो होई वायरल जिस विच ਇਹ ਆਪਣੇ ਕਿਰਾਏਦਾਰ ਤੋਂ ਕਿਰਾਇਆ ਮੰਗਣ ਗਏ ਸੀ ਅਤੇ ਕਿਰਾਏਦਾਰ ਕੋਲ ਜਦੋਂ ਕਿਰਾਇਆ ਨਹੀਂ ਮਿਲਿਆ ਤਾਂ ਇਹਨਾਂ ਨੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਹਮਲਾ ਇੰਨਾ ਘਾਤਕ ਸੀ ਕਿ ਕਿਰਾਏਦਾਰ ਨੂੰ ਉਹਨਾਂ ਨੇ ਆਪਣੇ ਦੰਦਾਂ ਨਾਲ ਵੱਢ ਖਾਧਾ ਅਤੇ ਕੁਝ ਸਾਲ ਪਹਿਲਾਂ ਲਗਾਏ ਹੋਏ ਨਕਲੀ ਦੰਦ ਵੀ ਕਾਉਂਸਲਰ ਦੇ ਟੁੱਟ ਗਏ। ਅਸੀਂ ਸਭ ਜਾਣਦੇ ਹਾਂ ਕਿ ਕਰਫਿਊ ਦੌਰਾਨ ਹਰ ਕੋਈ ਇੱਕ ਮਾੜੇ ਦੌਰ ਚੋਂ ਗੁਜ਼ਰ ਰਿਹਾ ਹੈ ਜਿੱਥੇ ਸਾਨੂੰ ਇਨਸਾਨੀਅਤ ਦੇ ਤੇ ਇੱਕ ਦੂਜੇ ਦਾ ਸਾਥ ਦੇਣਾ ਬਣਦਾ ਹੈ। ਪਰ ਕਾਉਂਸਲਰ ਦੀ ਇਸ ਘਟੀਆ ਹਰਕਤ ਨੇ ਕਿਤੇ ਨਾ ਕਿਤੇ ਇਨਸਾਨੀਅਤ ਸ਼ਰਮਸਾਰ ਕਰ ਦਿੱਤੀ ਹੈ। ਆ ਦੇਖੋ ਜੀ ਸਿਰ ਪਾੜਿਆ ਕਿਰਾਇਆ ਲੈਣ ਵਿੱਚ ਰਾਜ ਐਮਸੀ ਉਹਦੇ ਮੁੰਡੇ ਨੇ ਵੀ ਆ ਦੇਖੋ ਜੀ ਆ ਦੇਖੋ ਇੱਧਰ ਕਿਰਾਇਆ ਮੰਗਣ ਪਿੱਛੇ ਸਿਰ ਪਾੜਿਆ ਇਹਨਾਂ ਨੇ। ਬਾਈ ਜੀ ਚਰਨਜੀਤ ਸਿੰਘ ਮੇਰਾ ਨਾਂ, ਮੈਂ ਨਿੰਗਾ ਵਾਲੀ ਛਾਉਣੀ 6 ਨੰਬਰ ਨਾਕੇ ਤੇ ਰਹਿਣਾ ਜੀ। ਕੀ ਗੱਲ ਹੋਈ ਸੀ ਐਮਸੀ ਸਾਹਿਬ ਦੀ? ਗੱਲ ਕੀ ਹੋਣੀ ਹੈ ਜੀ, ਦੁੱਲਾ ਸਿੰਘ ਐਮਸੀ ਦੇ ਕਿਰਾਏ ਤੇ ਰਹਿੰਦਾ ਜੀ। ਉਹ ਕੱਲ ਰਾਜ ਐਮਸੀ ਤੇ ਉਹਦਾ ਮੁੰਡਾ ਉਹਦੀ ਘਰ ਵਾਲੀ ਤੋਂ ਕਿਰਾਇਆ ਲੈਣ ਗਏ। ਉਹ ਲੋਕਡਾਊਨ ਦਾ ਸਮਾਂ ਚੱਲ ਰਿਹਾ, ਕਿਰਾਇਆ ਨਹੀਂ ਗਰੀਬ ਬੰਦੇ ਕੋਲੇ ਹੋਇਆ। ਉਹਨੇ ਇਹਨੂੰ ਰਿਕਵੈਸਟ ਕੀਤੀ ਵੀ ਮੇਰੇ ਕੋਲੇ ਕਿਰਾਇਆ ਹੈ ਨਹੀਂ। ਇਹ ਉਹਨੂੰ ਗਾਲਾਂ ਕੱਢਣ ਲੱਗ ਪਏ ਦੁੱਲਾ ਸਿੰਘ ਨੂੰ। ਉਹਨੇ ਆਖਿਆ ਵੀ ਤੁਸੀਂ ਗਾਲਾਂ ਨਾ ਕੱਢੋ, ਕਿਰਾਇਆ ਮੈਂ ਦੇ ਦੂੰਗਾ। ਤਾਂ ਦੁੱਲਾ ਸਿੰਘ ਤੇ ਉਹਨਾਂ ਨੇ ਫੜ ਕੇ ਤਿੰਨਾਂ ਜਣਿਆਂ ਨੇ ਕੁੱਟਿਆ, ਉਹਦੇ ਸਿਰ ਪਾੜਤਾ। ਸਰ ਇੱਕ ਐਮਸੀ ਸਾਹਿਬ ਦੇ ਦੰਦ ਟੁੱਟਿਆਂ ਦਾ ਮਾਮਲਾ ਆ ਰਿਹਾ ਕੀ? ਉਹ ਦੰਦ ਐਕਚੁਅਲੀ ਹੈ ਜੀ, ਇਹ ਐਮਸੀ ਸ਼ੂਗਰ ਦਾ ਮਰੀਜ਼ ਆ ਜੀ ਤੇ ਇਸ ਕਰਕੇ ਤੇ ਦੰਦ ਸ਼ੂਗਰ ਨਾਲ ਪਹਿਲਾਂ 4-5 ਤੇ ਨਕਲੀ ਦੰਦ ਲੱਗੇ ਹੋਏ ਆ। ਉਹ ਜਦੋਂ ਦੁੱਲਾ ਸਿੰਘ ਦੇ ਹੱਥ ਤੇ ਦੰਦੀਆਂ ਵੱਢੀਆਂ ਨੇ ਤੇ ਉਹ ਦੰਦ ਦੇ ਤੇ ਹਿੱਲ ਗਏ ਹੋਣੇ ਆ। ਹੁਣ ਉਹ ਫਰੀਦਕੋਟ ਜਾ ਕੇ ਦਾਖਲ ਹੋ ਗਿਆ, ਕਹਿੰਦਾ ਜੀ ਮੇਰੀ ਛਵੀ ਬਣਾਓ ਤੇ ਐਕਚੁਅਲੀ ਦੰਦ ਤੇ ਨਕਲੀ ਲੱਗੇ ਹੋਏ ਆ। ਦੁੱਲਾ ਸਿੰਘ ਦਾ ਬਹੁਤ ਵਿਚਾਰਾ ਗਰੀਬ ਬੰਦਾ ਤੇ ਇਹਨੂੰ ਇਨਸਾਫ ਦਿਵਾਇਆ ਜਾਵੇ। ਅੱਜ 2 MLRs ਬੱਸ ਸਟੈਂਡ ਚੌਂਕੀ ਮੁਕਤਸਰ ਸਾਹਿਬ ਇਹ ਮਸੂਲ ਹੋਈਆਂ ਸੀ। ਇੱਕ ਰਜਿੰਦਰ ਸਿੰਘ ਐਮਸੀ ਤੇ ਇੱਕ ਦੁੱਲਾ ਸਿੰਘ, ਇਹ ਦੋਨੇ ਸਿਵਲ ਹਸਪਤਾਲ ਦਾਖਲ ਸੀ। ਜੇ ਡਿਊਟੀ ਅਫਸਰ ਏਸੀ ਬਲਦੇਵ ਸਿੰਘ ਦੀ ਡਿਊਟੀ ਲਾਈ ਗਈ ਸੀ, ਜਿਨ੍ਹਾਂ ਨੇ ਸਿਵਲ ਹਸਪਤਾਲ ਜਾ ਕੇ ਲਿਖਿਆ, ਉੱਥੋਂ ਉਹਨਾਂ ਨੂੰ ਫਰੀਦਕੋਟ ਦਾ ਰੈਫਰ ਕਰਤਾ। ਉਹ ਬਲਦੇਵ ਸਿੰਘ ਜੀ ਫਰੀਦਕੋਟ ਗਏ ਬਿਆਨ ਦਰਜ ਕਰਨ, ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜੈਸੀ ਸੂਰਤ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਪੀੜਤ ਧਿਰਾਂ ਦੱਸ ਰਹੀਆਂ ਵੀ ਕੁਝ ਨਕਲੀ ਦੰਦ ਵਗੈਰਾ ਟੁੱਟਣ ਦਾ ਮਾਮਲਾ ਸਾਹਮਣੇ ਚ ਆਇਆ, ਪੁਲਿਸ ਪਹੁੰਚੀ ਇੱਥੋਂ ਤੱਕ ਕਿ ਅਜੇ? ਜੋ ਵੀ ਡਾਕਟਰੀ opinion ਜੋ ਡਾਕਟਰ MLR ਦੇ ਵਿੱਚ ਡਾਕਟਰ ਸਾਹਿਬ ਰਾਏ ਦੇਣਗੇ ਉਸੇ ਮੁਤਾਬਕ ਜਿਹੜੀ ਕਾਰਵਾਈ ਹੋਊ ਕੀਤੀ ਜਾਊਗੀ। ਜੇ ਇਸ ਤਰ੍ਹਾਂ ਦੀ ਘਟਨਾ ਜਿਵੇਂ ਵੀ ਹੋਇਆ, ਜੋ ਵੀ ਬਿਆਨ ਲਿਖਾਉਣਗੇ ਉਹਨਾਂ ਬਿਆਨਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਮੇਰਾ ਨਾਮ ਦੁੱਲਾ ਸਿੰਘ ਜੀ, ਮੈਂ ਰਾਜ ਐਮਸੀ ਦਾ ਕਿਰਾਏਦਾਰ ਹਾਂ ਜੀ। ਮੈਂ ਇੱਥੋਂ ਕਿਰਾਇਆ ਲੈਣ ਆਏ ਸੀ, ਉਹਨਾਂ ਨੇ ਮੇਰਾ ਸਿਰ ਪਾੜਤਾ ਜੀ ਤੇ ਉਹਨਾਂ ਨੇ ਮੇਰੇ ਦੰਦੀ ਵੱਢੀ ਜੀ। ਆਹ ਦੇਖੋ ਜੀ, ਉਹਨਾਂ ਨੇ ਨਕਲੀ ਦੰਦ ਲੱਗੇ ਹੋਏ ਸੀ ਜੀ ਤੇ ਬਾਕੀ ਉਹਨਾਂ ਨੇ ਮੈਨੂੰ ਕਹਿੰਦਾ ਮੈਂ 26 ਦਾ ਪਰਚਾ ਬਣਾਉਂਗਾ ਜਾਂ ਮੈਨੂੰ ਸਾਲ ਦਾ ਕਿਰਾਇਆ ਦੇ ਦਿਓ ਜੀ। ਮੈਂ ਗਰੀਬ ਬੰਦੇ, ਕਿਰਾਇਆ ਮੇਰੇ ਤੋਂ ਦਿੱਤਾ ਨਹੀਂ ਗਿਆ ਜੀ। ਹੁਣ ਦੱਸੋ 26 ਦਾ ਪਰਚਾ ਕਰਾਵਾਂਗੇ, ਕਿਰਾਇਆ ਦੇਵਾਂ ਜੀ ਸਾਲ ਦਾ ਜੀ। ਅਸੀਂ ਕਿਰਾਏ ਤੇ ਬੈਠੇ ਸੀ ਜੀ ਰਾਜ ਐਮਸੀ ਦੇ ਜੀ। ਇਹ ਜਦੋਂ ਅਸੀਂ ਕਿਰਾਇਆ ਦੇਤਾ ਜੀ 10,000 ਰੁਪਇਆ ਕਿਰਾਏ ਦਾ ਤੇ 10,000 ਮੈਂ ਬਿੱਲ ਦਾ ਦੇਤਾ ਜੀ, ਫੜ ਕੇ ਵਿਆਜ ਤੇ 20,000 ਰੁਪਇਆ ਦੇਤਾ ਇਹਨੂੰ ਮੈਂ। ਫਿਰ ਵੀ ਇਹ ਮੇਰੀ ਫਰਿੱਜ ਰੱਖ ਕੇ ਬਹਿ ਗਿਆ, ਮੇਰਾ ਸਮਾਨ ਸਾਰਾ ਹੀ ਰੱਖੀ ਬੈਠਾ, ਕਹਿੰਦਾ ਮੈਂ ਦੇਣਾ ਹੀ ਨਹੀਂ। ਕਿਸੇ ਨੂੰ ਸ਼ਿਕਾਇਤ ਕੀਤੀ ਹੈ? ਹਾਂਜੀ ਮੈਂ ਸੀਟੀ ਵੀ ਕੀਤੀ ਆ ਜੀ, ਪਰਚਾ ਦਿੱਤਾ ਆ ਮੇਰਾ। ਉਹਨਾਂ ਨੇ ਕਾਰਵਾਈ ਕੀਤੀ ਨਹੀਂ ਜੀ, ਪਤਾ ਨਹੀਂ ਰੱਬ ਜਾਣੇ ਕੀ ਗੱਲ ਹੈ, ਉਹਨਾਂ ਦਾ ਉਹ ਕਰਨ ਹੀ ਨਹੀਂ ਦਿੰਦਾ। ਅੱਜ ਤੁਸੀਂ ਬੱਸ ਸਟੈਂਡ ਚੌਂਕੀ ਕੀ ਮੰਗ ਲੈ ਕੇ ਆਏ ਹੋ? ਅਸੀਂ ਜੀ ਮੇਰੀ ਕਾਰਵਾਈ ਕੀਤੀ ਜਾਵੇ, ਸਾਡੀ ਸੁਣਾਈ ਹੋਵੇ। ਕਿਹਦੇ ਖਿਲਾਫ ਕਾਰਵਾਈ ਚਾਹੁੰਦੇ ਹੋ? ਅਸੀਂ ਰਾਜ ਐਮਸੀ ਦੇ।
ਭੈਣ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਆ। ਹਾਂ, ਵੀਡੀਓ ਵਾਇਰਲ ਹੋ ਰਹੀ ਹੈ। ਸੁਬਾਹ ਅਸੀਂ ਇਹਨਾਂ ਦੇ ਘਰੇ ਗਏ ਹਾਂ 7:30 ਵਜੇ। ਐਮਸੀ ਸਾਹਿਬ ਇਹਨਾਂ ਦੇ ਘਰੇ ਗਏ ਆ। ਇਹਨਾਂ ਦੀ ਜਿਹੜੀ ਕੁੜੀ ਰੱਖੀ ਵੀ ਸੀ 2 ਮਹੀਨੇ ਹੋ ਗਏ, 2.5 ਮਹੀਨੇ ਹੋ ਗਏ ਉਹਨੂੰ ਆਈ ਨੂੰ। ਅਸੀਂ ਇਹਨੂੰ ਰੋਜ਼ ਕਹਿੰਦੇ ਸੀਗੇ ਵੀ ਇਹਨੂੰ ਛੱਡਿਆਓ ਤੁਸੀਂ, ਇਹ ਨਹੀਂ ਛੱਡ ਕੇ ਆਏ। ਕੱਲ ਇਹਨਾਂ ਨੂੰ ਅਸੀਂ ਫੇਰ ਕਿਹਾ, ਪਰਸੋਂ ਰਾਤ ਨੂੰ ਇਹ 12 ਵਜੇ, ਉਹ ਮੁੰਡਾ ਵੀ ਹੈ ਨਹੀਂ ਸੀਗਾ ਘਰੇ, ਇਹ ਰਾਤ ਨੂੰ ਰੋਜ਼ 12 ਵਜੇ ਤਾਂ ਛੱਤ ਤੇ ਦੁਕਾਨ ਤੇ ਫੋਨ ਕਰਦੀਆਂ ਸੀਗੀਆਂ। ਇਹਨਾਂ ਨੂੰ ਸੁਬਾਹ ਪੁੱਛਿਆ ਲੈ ਵੀ ਤੁਸੀਂ ਰਾਤ 12 ਵਜੇ ਕਿਹਨੂੰ ਫੋਨ ਕਰਦੀਆਂ ਸੀ। ਐਮਸੀ ਸਾਹਿਬ ਨਾਲ ਮੌਕੇ ਤੇ ਕੀ ਹੋਇਆ? ਮੌਕੇ ਤੇ ਫਿਰ ਉਹ ਜਦੋਂ ਸ਼ਾਮ ਨੂੰ ਫੇਰ ਗਏ ਗੇੜਾ ਮਾਰਨ, ਸ਼ਾਮ ਨੂੰ ਇਹਦੇ ਘਰ ਵਾਲਾ ਵੀ ਆ ਗਿਆ ਸੀ, ਇਹ ਕੁੜੀ ਨੂੰ ਵੀ ਛੱਡਿਆ ਜੀ। ਸ਼ਾਮ ਨੂੰ ਇਹੀ ਇਹਨਾਂ ਨੇ ਖੁੰਦਕ ਖਾਧੀ ਲੈ ਵੀ ਕੁੜੀ ਨੂੰ, ਉਹ ਕਹਿੰਦਾ ਤੂੰ ਇੱਥੇ ਆਇਆ ਕੀ ਲੈਣ। ਇਹਨੇ ਮੇਰੇ ਬੇਟੇ ਦਾ ਇਹਨਾਂ ਨੇ ਜੂੜਾ ਪੱਟਿਆ, ਜੂੜਾ ਖੋਲਿਆ, ਸਾਰੇ ਉਹਦੇ ਵਾਲ ਪੱਟੇ, ਇਹਨਾਂ ਦੀ ਪੱਗ ਮਿੱਟੀ 'ਚ ਰੋਲੀ ਹੈ, ਖੂਨ ਦੇ ਲੀੜੇ ਇਹਨਾਂ ਦੇ ਗੱਚੋ ਗੱਚ, ਮੇਰੇ ਸਾਰੇ ਕੱਪੜੇ ਮਿੱਟੀ ਨਾਲ ਲਿਬੜੇ ਸੀਗੇ। ਨਾਲੇ ਮੈਨੂੰ ਤਾਂ ਵੇਖ ਲਓ ਇੱਥੇ ਮੇਰੀ ਕੂਣੀ ਵੀ ਆ, ਸਾਰਾ ਮੇਰਾ ਮੋਢਾ ਸੋਜ ਹੋਈ ਪਈ ਹੈਗੀ ਮੋਢੇ ਨੂੰ। ਇਹਨੇ ਮੈਨੂੰ 2 ਵਾਰੀ ਧੱਕਾ ਮਾਰਿਆ। ਐਮਸੀ ਸਾਹਿਬ ਦੇ ਕਿੱਥੇ ਸੱਟ ਵੱਜੀ ਹੈ ਜੀ? ਉਹਨਾਂ ਦੇ ਦੰਦ ਹੈਗੇ 4 ਆ, ਸਾਰੀ ਰਾਤ ਖੂਨ ਨਿਕਲਦਾ ਰਿਹਾ, ਹੱਡੀ ਉਹਦੀ ਫ੍ਰੈਕਚਰ ਹੋਈ, ਅੱਜ ਐਕਸਰੇ ਹੋਇਆ, ਟੈਸਟ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ? ਇਲਾਜ ਉਹਨਾਂ ਦਾ ਫਰੀਦਕੋਟ ਚੱਲ ਰਿਹਾ ਜੀ। ਕਿਸੇ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਵੀ ਹੈ ਉਹਨਾਂ ਨੂੰ ਕਿ ਤੰਦਰੁਸਤ ਐਮਸੀ ਸਾਹਿਬ? ਨਹੀਂ, ਤੰਦਰੁਸਤ, ਸ਼ੂਗਰ ਦੀ ਸੀਗੀ, ਸ਼ੂਗਰ ਅੱਜ ਉਹਨਾਂ ਦੀ 400 ਸੀਗੀ। ਹੁਣ ਆਪਰੇਸ਼ਨ ਕਰਨ ਤੋਂ ਸਵੇਰੇ ਵੇਖੋ ਲਈ, ਸਵੇਰੇ ਕਰਦੇ ਆਪਰੇਸ਼ਨ ਕਿ ਪਰਸੋਂ ਕਰਦੇ ਆ। ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ? ਕੀ ਗੱਲ ਕਿ ਸਾਨੂੰ ਇਨਸਾਫ ਚਾਹੀਦਾ ਗਾ। ਲੈ ਵੀ ਇਸ ਗੱਲ ਦੇ ਇਹਨਾਂ ਦੇ ਕਿਰਾਏਦਾਰ ਹੁਣ ਇਸ ਗੱਲ ਦਾ ਫਾਇਦਾ ਉਠਾਉਂਦੇ ਆ ਵੀ ਲੋਕਡਾਊਨ ਹੈ। ਲੈ ਵੀ ਜਿਵੇਂ ਇਹ ਜਮਾ ਪਹਿਲਾਂ ਸਾਡੇ ਘਰੇ ਸੀਗੇ, ਇੱਥੇ ਨਹੀਂ ਬੋਲਦੇ ਸੀਗੇ, ਜਦੋਂ ਦੇ ਉੱਧਰ ਗਏ ਆ ਹੁਣ ਪਤਾ ਨਹੀਂ ਕੀ ਚੱਕਰ ਸੀ, ਕੀ ਇਹਨਾਂ ਨੇ ਲਈ ਲੋਕਡਾਊਨ ਦਾ ਫਾਇਦਾ ਉਠਾਇਆ ਕਿ ਕੀ ਉਠਾਇਆ। ਇਹਨਾਂ ਨੇ ਜ਼ਬਰਦਸਤੀ ਸਾਡੇ ਨਾਲ ਕੀਤੀ ਹੈ, ਜਾਣੀ ਕਿ ਅਸੀਂ ਨਹੀਂ ਇਹਨਾਂ ਨਾਲ ਕੀਤੀ। ਹੁਣ ਗੱਲ ਕਰਦੇ ਹਾਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੇ ਓਟ ਕਲੀਨਿਕ ਦੇ ਠੇਕਾ ਕਰਮਚਾਰੀਆਂ ਦੀ, ਜਿਨ੍ਹਾਂ ਨੇ ਆਪਣੀ ਸੈਲਰੀ ਵਧਾਉਣ ਨੂੰ ਲੈ ਕੇ ਕਲਮ ਛੱਡ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਇਹ ਹੜਤਾਲ ਬਾਦਸਤੂਰ ਜਾਰੀ ਰਹੇਗੀ। ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਵੀ ਅਲੱਗ-ਅਲੱਗ ਸ਼ਹਿਰਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਵਾਸਤੇ ਅਮਲੀ ਪਹੁੰਚੇ ਸਨ ਅਤੇ ਉਹਨਾਂ ਨੂੰ ਇਹ ਦਵਾਈ ਨਹੀਂ ਮਿਲ ਰਹੀ ਸੀ। ਹੜਤਾਲ ਦੇ ਚਲਦਿਆਂ ਆਖਿਰ ਕੀ ਹੈ ਇਹਨਾਂ ਦੀ ਅਗਲੀ ਰਣਨੀਤੀ, ਮਾਰਦੇ ਇੱਕ ਨਜ਼ਰ। ਕੀ ਨਾਮ ਹੈ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਅਸੀਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅੰਦਰ ਕੰਮ ਕਰ ਰਹੇ ਹਾਂ ਜੀ। ਤੇ ਇਸ ਸਮੇਂ ਜੋ ਸਰਕਾਰ ਨੇ NHRM ਦੇ ਕਰਮਚਾਰੀਆਂ ਦੀ ਤਨਖਾਹ ਵਿੱਚ 20% ਵਾਧਾ ਕੀਤਾ ਜਿਹੜਾ ਜੀ, ਤੇ ਪਰ ਸਾਡੇ ਨਾਲ ਕਹਾਣੀ ਵੰਡ ਕੀਤੀ ICT ਸਟਾਫ ਨਾਲ। ਇਹਨਾਂ ਨੇ ਜੇ ਸਾਡੇ ਬਲੱਡ ਬੈਂਕ 'ਚ ਕੰਮ ਕਰ ਰਹੇ ਨੇ, ਸਾਡੇ ਨਾਲ ਦੇ OST ART ਸੈਂਟਰਾਂ ਵਿੱਚ ਕੰਮ ਕਰ ਰਹੇ ਨੇ, ਪਰ ਸਾਡੇ ਵੱਲ ਕੋਈ ਵੀ ਧਿਆਨ ਸਰਕਾਰ ਨੇ ਨਹੀਂ ਦਿੱਤਾ ਗਿਆ ਜੀ। ਇਸ ਕਰਕੇ ਸਾਡੀ ਇਹੀ ਮੰਗ ਹੈ ਕਿ ਸਾਨੂੰ ਵੀ ਜੋ ਬਣਦਾ ਹੋਇਆ ਵਾਧਾ ਦਿੱਤਾ ਜਾਵੇ ਤਨਖਾਹ ਵਿੱਚ, ਤੇ ਨਹੀਂ ਤਾਂ ਅਸੀਂ 7 ਤਰੀਕ ਨੂੰ ਪੂਰਨ ਸਟ੍ਰਾਈਕ ਕੀਤੀ ਜਾਵੇਗੀ ਸਾਡੇ ਸਟਾਫ ਵੱਲੋਂ, ਸਾਹਿਬ ਵੱਲੋਂ। ਤੁਹਾਡਾ ਕੀ ਪ੍ਰੋਗਰਾਮ ਚੱਲ ਰਿਹਾ ਹੈ? ਸਰ ਅੱਜ ਅਸੀਂ ਕਾਲੇ ਬਿੱਲੇ ਲਾ ਕੇ ਸਾਡੀ ਅੱਜ ਕਲਮ ਛੋੜ ਹੜਤਾਲ ਹੈਗੀ ਹੈ। ਇਹਦੇ ਥਰੂ ਅਸੀਂ ਸਰਕਾਰ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਵੀ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਅਸੀਂ ਸਾਡਾ ਜਿਹੜਾ ਸੰਘਰਸ਼ ਹੋਰ ਤੇਜ਼ ਹੋਊਗਾ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ, ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਸਾਨੂੰ ਜੋ ਵੀ ਪਹਿਲਾਂ 2018 ਦੇ ਵਿੱਚ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਤੁਹਾਨੂੰ ਜੋ ਵੀ NRHM ਨੂੰ ਜੋ ਵਾਧੇ ਮਿਲਦੇ ਹੈ ਉਹੀ ਲਾਭ ਤੁਹਾਨੂੰ ਮਿਲਣਗੇ, ਬਟ ਸਾਨੂੰ ਬਿਲਕੁਲ ਵੀ ਨਹੀਂ ਦਿੱਤੇ। ਔਰ 2019 ਦੇ ਵਿੱਚ ਸਾਨੂੰ 15% ਲੋਇਲਟੀ ਬੋਨਸ ਦਾ ਇਹਨਾਂ ਨੇ ਵਾਅਦਾ ਕੀਤਾ ਸੀਗਾ, ਪੱਤਰ ਜਾਰੀ ਕੀਤਾ ਸੀਗਾ, ਪਰ ਹਾਲੇ ਤੱਕ ਉਹਦੇ 'ਤੇ ਅਮਲ ਨਹੀਂ ਕੀਤਾ ਗਿਆ। ਸਾਡੀ ਰਿਕੁਐਸਟ ਇਹੀ ਹੈਗੀ ਹੈ ਕਿ ਸਾਨੂੰ ਉਹ ਜੋ ਵੀ ਡਿਮਾਂਡ ਸਾਡੀਆਂ ਮੰਨੀਆਂ ਹੋਈਆਂ ਡਿਮਾਂਡਸ ਤਾਂ ਘੱਟੋ ਘੱਟ ਸਾਨੂੰ ਦਿੱਤੀਆਂ ਜਾਣ। ਹੁਣ ਗੱਲ ਕਰਦੇ ਹਾਂ ਗਿੱਦੜਬਾਹਾ ਦੇ ਨੇੜਲੇ ਪਿੰਡ ਦੋਦਾ ਦੀ SMO ਡਾਕਟਰ ਰਮੇਸ਼ ਕੁਮਾਰੀ ਦੀ, ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਕਰੋਨਾ ਪੋਜ਼ਿਟਿਵ ਹੋਣ ਦੀ ਇੱਕ ਅਫਵਾਹ ਫੈਲਾਈ ਗਈ ਸੀ, ਜਿਸ ਤੇ SMO ਦੇ ਪਤੀ ਡਾਕਟਰ ਰਵੀ ਕੰਬੋਜ ਅਤੇ ਖੁਦ SMO ਡਾਕਟਰ ਰਮੇਸ਼ ਕੁਮਾਰੀ ਨੇ ਮੀਡੀਆ ਸਾਹਮਣੇ ਦੱਸੀ ਪੂਰੀ ਅਸਲੀਅਤ। ਹਾਂਜੀ ਡਾਕਟਰ ਸਾਹਿਬ। ਮੈਂ ਡਾਕਟਰ ਰਵੀ ਕੰਬੋਜ ਹਸਪਤਾਲ ਗਿੱਦੜਬਾਹਾ। ਮੈਂ ਸਭ ਸੱਜਣਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਕੰਬੋਜ ਹਸਪਤਾਲ ਦੇ ਵਿੱਚ ਹੁਣ ਤੱਕ ਕੋਈ ਵੀ ਐਸਾ ਕੇਸ ਨਹੀਂ ਆਇਆ ਕਿ ਜਿਹਨੂੰ ਕਰੋਨਾ ਦੀ ਸ਼੍ਰੇਣੀ 'ਚ ਰੱਖਿਆ ਜਾ ਸਕੇ। ਮੇਰਾ ਹਸਪਤਾਲ 24 ਘੰਟੇ 7 ਦਿਨ ਖੁੱਲ੍ਹਾ ਹੈ ਔਰ ਮੈਂ ਆਮ ਤੌਰ 'ਤੇ ਰੂਟੀਨ ਜਾਂ ਐਮਰਜੈਂਸੀ ਮਰੀਜ਼ਾਂ ਦਾ ਚੈੱਕਅਪ ਕਰ ਰਿਹਾ। ਜੇ ਕੋਈ ਬੁਖਾਰ ਜਾਂ ਖੰਘ ਦੇ ਸਿੰਪਟਮ ਨਾਲ ਆਉਂਦਾ ਹੈ, ਅਸੀਂ ਉਹਨੂੰ ਵੱਖਰਾ ਫਲੂ ਕਾਰਨਰ ਦੇ ਵਿੱਚ ਇੱਕ ਪਾਸੇ ਬਿਠਾ ਕੇ ਰੂਟੀਨ
ਆਮ ਤੌਰ ਤੇ ਅਸੀਂ ਉਹਨੂੰ ਸਿਵਲ ਹਸਪਤਾਲ ਲਈ ਰੈਫਰ ਹੀ ਕਰ ਦਿੰਦੇ ਹਾਂ ਔਰ ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਕਿ ਅਸੀਂ ਜਿਵੇਂ ਗੇਟ ਤੇ ਸੈਨੀਟਾਈਜ਼ਰ ਰੱਖਿਆ ਹੈ, ਮੇਰੇ ਸਟਾਫ ਮੈਂਬਰ ਹਰ ਇੱਕ ਆਉਣ ਜਾਣ ਵਾਲੇ ਦੇ ਹੱਥ ਸੈਨੀਟਾਈਜ਼ ਕਰਦੇ ਨੇ, ਹੱਥ ਧੋਂਦੇ ਨੇ। ਸਾਡੇ ਕੋਲ ਪਲਾਜ਼ਮਾ ਥਰਮਾਮੀਟਰ ਹੈ, ਹਰ ਇੱਕ ਆਉਣ ਜਾਣ ਵਾਲੇ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ ਤਾਂ ਕਿ ਪਤਾ ਲੱਗ ਸਕੇ ਕਿਸੇ ਨੂੰ ਬੁਖਾਰ ਤਾਂ ਨਹੀਂ। ਇੱਕ ਅਫਵਾਹ ਹੋਰ ਫੈਲੀ ਹੈ ਕਿ ਡਾਕਟਰ ਕੰਬੋਜ ਨੂੰ ਜਾਂ ਮੈਡਮ ਕੰਬੋਜ ਦਾ ਕਰੋਨਾ ਪੋਜ਼ਿਟਿਵ ਆਇਆ ਹੈ, ਜੋ ਕਿ ਬਿਲਕੁਲ ਨਿਰਾਧਾਰ ਔਰ ਝੂਠੀ ਅਫਵਾਹ ਹੈ। ਮੈਨੂੰ ਨਹੀਂ ਪਤਾ ਵੀ ਉਹ ਕਿਉਂ ਤੇ ਕਿਵੇਂ ਫੈਲੀ ਹੈ, ਲੇਕਿਨ ਮੈਡਮ ਕੰਬੋਜ ਅੱਜ ਵੀ ਆਪਦੀ ਸਰਕਾਰੀ ਡਿਊਟੀ ਨਿਭਾ ਰਹੇ ਹਨ ਅਤੇ ਅਸੀਂ ਸਲਾਹ ਕੀਤੀ ਹੈ ਕਿ ਮੈਡਮ ਕੰਬੋਜ ਆਪਦਾ ਹੁਣ ਟੈਸਟ ਵੀ ਕਰਵਾਉਣਗੇ। ਹਾਲੇ ਤੱਕ ਉਹਨਾਂ ਦਾ ਟੈਸਟ ਵੀ ਨਹੀਂ ਹੋਇਆ ਹੈ ਕਿਉਂਕਿ ਦੋਦੇ ਦੇ ਵਿੱਚ ਉਹਨਾਂ ਦੇ ਕੋਈ 2 ਮੁਲਾਜ਼ਮ ਜਿਨ੍ਹਾਂ ਦਾ ਟੈਸਟ ਪੋਜ਼ਿਟਿਵ ਆ ਰਿਹਾ ਆਲਰੇਡੀ ਕੁਆਰੰਟਾਈਨ ਕਰ ਦਿੱਤੇ ਗਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਮੈਡਮ ਕੰਬੋਜ ਆਪਦਾ ਟੈਸਟ ਕਰਵਾਉਣਗੇ ਔਰ ਉਮੀਦ ਰੱਖਾਂਗੇ ਵੀ ਸ਼ਾਇਦ ਉਹਨਾਂ ਦਾ ਟੈਸਟ ਪੋਜ਼ਿਟਿਵ ਨਾ ਹੋਵੇ। ਦੇਖੋ ਇਹ ਬਿਮਾਰੀ ਐਸੀ ਹੈ ਕੋਵਿਡ-19 ਜਾਂ ਇਹ ਵਾਇਰਸ, ਇਹ ਕਿਸੇ ਦਾ ਕਦੋਂ ਵੀ ਪੋਜ਼ਿਟਿਵ ਆ ਸਕਦਾ ਹੈ ਔਰ ਜਿਹੜੇ ਕਰੋਨਾ ਫਾਈਟਰ ਨੇ, ਅਸੀਂ ਡਾਕਟਰ ਲੋਕ, ਸਟਾਫ ਨਰਸਿਸ ਜਿਹੜੇ ਵੀ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ, ਉਹ ਕਿਸੇ ਟਾਈਮ ਤੇ ਵੀ ਇਹਦੀ ਗ੍ਰਿਪ 'ਚ ਆ ਸਕਦੇ ਨੇ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕਰੋਨਾ ਨਹੀਂ ਹੋ ਸਕਦਾ, ਸੋ ਹੋ ਤਾਂ ਕਿਸੇ ਨੂੰ ਵੀ ਸਕਦਾ ਹੈ, ਪਰ ਅੱਜ ਤੱਕ ਹਾਲੇ ਤੱਕ ਮੈਡਮ ਕੰਬੋਜ ਦਾ ਟੈਸਟ ਵੀ ਨਹੀਂ ਹੋਇਆ। ਲੇਕਿਨ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਪਹਿਲੇ ਆਪ ਦਾ ਟੈਸਟ ਕਰਾਓ ਤਾਂ ਕਿ ਤੁਹਾਡੀ ਰਿਪੋਰਟ ਸਾਰਿਆਂ ਦੇ ਸਾਹਮਣੇ ਰੱਖੀ ਜਾ ਸਕੇ। ਜੈ ਹਿੰਦ। ਡਾਕਟਰ ਸਾਹਿਬ ਜੀ, ਸਾਡੇ ਜੋ ਅਸੀਂ CSC ਦੋਦਾ 'ਚ ਟੈਸਟਿੰਗ ਸ਼ੁਰੂ ਕੀਤੀ, ਉੱਥੋਂ ਅਸੀਂ ਆਪਣੇ ਲੈਬ ਵਾਲੇ ਔਰ ਕਲਾਸ 4 4 ਸਟਾਫ ਮੈਂਬਰ ਦੇ ਟੈਸਟ ਲਏ ਸੀ। ਉਹਨਾਂ ਵਿੱਚੋਂ 2 ਦੇ ਪੋਜ਼ਿਟਿਵ ਆ ਗਏ। ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਮੁਕਤਸਰ ਵਿੱਚ ਕੋਵਿਡ ਹਸਪੀਟਲ 'ਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਗੌਰਮੈਂਟ ਦੀਆਂ ਹਦਾਇਤਾਂ ਮੁਤਾਬਕ ਅਸੀਂ ਹਾਈ ਰਿਸਕ ਤੇ ਲੋ ਰਿਸਕ ਕੈਟਾਗਰੀ ਵਾਈਜ਼ ਆਪਦੇ ਸਟਾਫ ਨੂੰ ਕੀਤਾ। ਉੱਥੇ ਜੋ ਹਾਈ ਰਿਸਕ ਕੈਟਾਗਰੀ ਹੈ ਉਹ ਟੈਸਟ ਉਹਨਾਂ ਦੇ ਮੁਕਤਸਰ ਔਰ ਗਿੱਦੜਵਾ ਅੱਜ ਅਸੀਂ ਦੇ ਰਹੇ ਹਾਂ। ਡਾਕਟਰ ਸਾਹਿਬ ਜਿਹੜੀਆਂ ਅਫਵਾਹਾਂ ਸੀਗੀਆਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਅਫਵਾਹਾਂ ਬਿਲਕੁਲ ਗਲਤ ਨੇ ਜੀ, ਸਭ ਕੁਝ ਠੀਕ ਠਾਕ ਹੈ, ਕਿਸੇ ਨੂੰ ਕੋਈ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ। ਸਾਡਾ ਹਸਪਤਾਲ ਸੈਨੀਟਾਈਜ਼ ਹੋ ਰਿਹਾ ਹੈ। ਫਿਲਹਾਲ ਉੱਥੇ ਅਸੀਂ ਕੰਮ ਨਹੀਂ ਕਰ ਰਹੇ, ਪਰ ਜਦੋਂ ਸੈਂਪਲਿੰਗ ਤੋਂ ਬਾਅਦ ਜੋ ਪੇਸ਼ੈਂਟਾਂ ਦੇ ਸੈਂਪਲ ਨਹੀਂ ਹੋ ਰਹੇ, ਲੋ ਰਿਸਕ ਨੇ, ਉਹ ਕੰਮ ਕਰਨਗੇ। ਦੂਸਰਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਹਸਪਤਾਲ ਦਾ ਕੰਮ ਸਟਾਰਟ ਕਰਾਂਗੇ। ਤੇ ਦੇਖੋ ਕਿੱਦਾਂ ਸਮਾਜ ਸੇਵੀ ਔਰਤਾਂ ਨੇ ਸਮਝਿਆ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਦਾ ਦਰਦ। ਰਾਜਸਥਾਨ ਤੋਂ ਪੰਜਾਬ ਗਿੱਦੜਬਾਹਾ ਵਿੱਚ ਪਹੁੰਚੇ ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਰ ਜ਼ਰੂਰਤ ਦੀਆਂ ਚੀਜ਼ਾਂ। ਕੋਵਿਡ-19 ਕਰੋਨਾ ਮਹਾਮਾਰੀ ਦੇ ਚਲਦਿਆਂ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਵਰਕਰ ਅਤੇ ਲੇਬਰ ਰਾਜਸਥਾਨ ਤੋਂ ਆ ਕੇ ਗਿੱਦੜਬਾਹਾ ਵਿੱਚ ਕੁਆਰੰਟਾਈਨ ਕੀਤੀ ਗਈ ਹੈ, ਲੜਕੀਆਂ ਵਾਲੇ ਸਕੂਲ ਅਤੇ ਬॉयਜ਼ ਸਕੂਲ ਦੇ ਵਿੱਚ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਪਰ ਉਸ ਦੇ ਨਾਲ ਨਾਲ ਕਈ ਪ੍ਰਬੰਧ ਜਿਹੜੇ ਰਹਿ ਗਏ ਹਨ, ਉਹਨਾਂ ਦੇ ਵੀ ਸੰਸਥਾਵਾਂ ਨਾਲ ਸਹਿਯੋਗ ਕਰ ਰਹੀਆਂ ਹਨ। ਉਸੇ ਲੜੀ ਤਹਿਤ ਅੱਜ ਇਨਰ ਵੀਲ ਕਲੱਬ ਦੇ ਪ੍ਰੈਜ਼ੀਡੈਂਟ ਗੀਤਾ ਬੰਸਲ ਜੀ ਵੱਲੋਂ ਸਾਨੂੰ ਮਦਦ ਕੀਤੀ ਗਈ ਹੈ। ਜੋ ਲੋੜ ਦਾ ਸਮਾਨ ਹੈ, ਉਹਦੇ ਪ੍ਰੈਗਨੈਂਟ ਲੇਡੀਜ਼ ਹਨ ਅਤੇ ਕਈ ਬੱਚੇ ਹਨ, ਉਹਨਾਂ ਦੇ ਜੋ ਵੀ ਜ਼ਰੂਰਤ ਦਾ ਸਮਾਨ ਹੈ ਉਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹਨਾਂ ਨੂੰ ਲੈ ਕੇ ਦੇ ਰਹੇ ਹਾਂ ਅਤੇ ਅਸੀਂ ਇਨਰ ਵੀਲ ਕਲੱਬ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਉਹਨਾਂ ਵੱਲੋਂ ਦਾਨ ਦਿੱਤਾ ਗਿਆ ਸਮਾਨ ਉਹ ਹਰ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ ਅਤੇ ਭਵਿੱਖ ਵਿੱਚ ਵੀ ਉਮੀਦ ਕਰਦੇ ਹਾਂ ਕਿ ਇਨਰ ਵੀਲ ਕਲੱਬ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਸਾਡਾ ਸਹਿਯੋਗ ਕਰਦਾ ਰਹੇਗਾ। मैं प्रेजिडेंट गीता बंसल इनर व्हील क्लब ऑफ गिदड़वा। क्वारंटाइन ਜਿਹੜਾ ਚੱਲ ਰਿਹਾ ਹੈ, ये लेडीज़ प्रेगनेंट लेडीज़ हैं, गर्ल्स हैं ਜਿਹੜੇ ਕਿ ਫੈਮਲੀਜ਼ ਬਾਹਰੋਂ ਆਈਆਂ ਹੈ, ਬਹੁਤ ਮੁਸ਼ਕਿਲ ਦੀ ਘੜੀ ਦੇ ਵਿੱਚ ਹੈ। ਅਸੀਂ ਇਹਨਾਂ ਦੀ ਕੁਝ ਡੋਨੇਟ ਕਰ ਰਹੇ ਹਾਂ, ਇਹਨਾਂ ਲਈ ਮਦਦ ਕਰ ਰਹੇ ਹਾਂ। ਇਹਨਾਂ ਲਈ ਫਰੂਟਸ ਹੈ, ਦੁੱਧ ਹੈ, ਇਹਨਾਂ ਲਈ ਜ਼ਰੂਰਤ ਦੀਆਂ ਮੈਡੀਸਨਸ ਹੈ ਜਾਂ ਹੋਰ ਕੁਝ ਵੀ ਇਹਨਾਂ ਦੀ ਜੋ ਵੀ ਲੋੜਵੰਦ ਜ਼ਰੂਰਤ ਦੀਆਂ ਛੋਟੀ ਛੋਟੀ ਚੀਜ਼ਾਂ ਉਹ ਇਹਨਾਂ ਨੂੰ ਦੇ ਰਹੇ ਹਾਂ। ਲੰਗਰ ਦੇ ਵਿੱਚ ਵੀ ਕੋਈ ਯੋਗਦਾਨ ਜੀ? ਹਾਂਜੀ, ਲੰਗਰ ਲਈ ਵੀ ਅਸੀਂ ਇਹਨਾਂ ਨੂੰ ਅਸੀਂ ਲੰਗਰ ਵੀ ਇਹਨਾਂ ਲਈ ਜਗ੍ਹਾ ਜਗ੍ਹਾ ਲੰਗਰ ਜਿਹੜੇ ਲੱਗ ਰਹੇ ਆ ਉਹਨਾਂ ਲਈ ਵੀ ਅਸੀਂ ਥੋੜ੍ਹਾ ਜਿਹਾ ਯੋਗਦਾਨ ਦੇ ਰਹੇ ਹਾਂ, ਥੋੜ੍ਹਾ ਜਿਹਾ ਕੈਸ਼ ਦੇ ਰਹੇ ਹਾਂ ਕਿ ਇਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਜੋ ਵੀ ਹੈ ਲੰਗਰ ਦੇ ਵਿੱਚ ਕੁਝ ਵੀ ਹੈ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ। ਹੋਰ ਵੀ ਇਹਨਾਂ ਨੂੰ ਜਦੋਂ ਵੀ ਜ਼ਰੂਰਤ ਪਊਗੀ ਅਸੀਂ ਸਹਿਯੋਗ ਦੇਵਾਂਗੇ ਆਪਣਾ ਪੂਰਾ। ਕੋਈ
ਲੰਬੀ ਦੇ ਕੋਈ ਖਰਾ ਚਲੇ ਜਾਓ ਨਹੀਂ ਅਜੇ ਪੋਸਟ ਸਭ ਦੇ ਆਪਣੇ ਲਈ ਉਹ ਸਾਰੇ ਰੱਖੇ ਗਏ ਇਹਨਾਂ ਨੇ ਜਾਂ ਤਾਂ ਕੋਈ ਪੋਸਟ ਹੁਣ ਰੈਸਟ ਹੀ ਨਹੀਂ ਹੋਣਾ ਜੀ ਅਜੇ ਤੱਕ ਕੁਛ ਨਹੀਂ ਜਦੋਂ ਚ ਫੋਨ ਬਾਲੀ ਨਹੀਂ ਇੰਚਾਰਜ ਆ ਜੀ ਕੁਝ ਸਾਨੂੰ ਸਰ ਉਹਨਾਂ ਨੂੰ ਦੱਸਤਾ ਹੀ ਤਹਿਸੀਲਦਾਰ ਨੇ ਕਿ ਸਾਡੇ ਹੋ ਗਏ ਹੈ ਹੁਣ ਗੱਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦੀ, ਜੋ ਤਨਦੇਹੀ ਦੇ ਨਾਲ ਦਿਨ ਰਾਤ ਕਰੋਨਾ ਵਾਇਰਸ ਤੋਂ ਬਚਾਉਣ ਵਾਸਤੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਡਿਊਟੀ ਨਿਭਾ ਰਹੀ ਹੈ। ਆਖਿਰ ਅੱਜਕੱਲ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਪੁਲਿਸ ਨੂੰ ਗੁਨੇਗਾਰ ਕਹਿਣਾ ਕਿੰਨਾ ਕੀ ਜਾਇਜ਼ ਹੈ, ਜਦ ਇਹੀ ਪੁਲਿਸ ਮਰੀਜ਼ਾਂ ਨੂੰ ਵੀ ਸੰਭਾਲ ਰਹੀ ਹੈ, ਵਿਆਹ ਵੀ ਕਰਵਾ ਰਹੀ ਹੈ, ਅੰਤਿਮ ਸੰਸਕਾਰ ਤੱਕ ਕਰਵਾ ਰਹੀ ਹੈ, ਹੋਰ ਤਾਂ ਹੋਰ ਲੋੜਵੰਦਾਂ ਨੂੰ ਘਰ ਘਰ ਆਪ ਰਾਸ਼ਨ ਪਹੁੰਚਾ ਰਹੀ ਹੈ ਤੇ ਦਿਨ ਰਾਤ ਸਾਡੀ ਸੁਰੱਖਿਆ ਵਾਸਤੇ ਇੱਕ ਕਰ ਰਹੀ ਹੈ। ਤੇ ਇਹਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਕੁਝ ਵੀ ਹੋ ਜਾਵੇ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੋ। ਪਰ ਫਿਰ ਵੀ ਅਗਰ ਦਿਨ ਰਾਤ ਸਾਡੇ ਵਾਸਤੇ ਮਰਨ ਵਾਲੀ ਪੁਲਿਸ ਫੋਰਸ ਉੱਤੇ ਜਾਨਲੇਵਾ ਹਮਲੇ ਕੀਤੇ ਜਾਣ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ, ਤਾਂ ਉਸ ਤੋਂ ਸ਼ਰਮਨਾਕ ਗੱਲ ਕੋਈ ਵੀ ਨਹੀਂ ਹੋ ਸਕਦੀ। ਕੁਝ ਅਜਿਹਾ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਦੀ ਪੁਲਿਸ ਨਾਲ ਵਾਪਰਿਆ, ਜਦੋਂ ਉਹ ਪੁਲਿਸ ਪੋਸਟ ਚੱਕ ਦੂਹੇਵਾਲਾ ਚੋਂ ਪੁਲਿਸ ਪਾਰਟੀ ਦੇ ਨਾਲ ਕੱਲ ਸ਼ਾਮ ਪਿੰਡ ਰੁਮਾਣਾ ਵਿੱਚ ਕਰਫਿਊ ਦਾ ਦੌਰਾ ਕਰਨ ਵਾਸਤੇ ਗਏ ਤਾਂ ਉੱਥੇ ਅਚਾਨਕ ਇਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ। ਮੇਰਾ ਨਾਮ ਹਰਜਿੰਦਰ ਸਿੰਘ, ਪਿੰਡ ਮੇਰਾ ਰਪਾਣਾ ਹੈ ਜੀ, ਜੋ ਕਿ ਰਾਤ ਪੁਲਿਸ ਪਾਰਟੀ ਆਪਣੀ ਜਾ ਰਹੀ ਸੀਗੀ। ਜੋ ਲੋਕ ਰੇਹੜੀਆਂ ਵਾਲੇ ਆਪਦਾ ਕਾਰੋਬਾਰ ਕਰ ਰਹੇ ਸੀ, ਉਹ ਕਹਿੰਦੇ ਵੀ ਆਪਦਾ ਹੁਣ ਟਾਈਮ ਲੇਟ ਹੋ ਗਿਆ, ਇਕੱਠ ਨਾ ਮਾਰੋ, ਡੀਸੀ ਸਾਹਿਬ ਦੀ ਮਨਜ਼ੂਰੀ ਆ ਵੀ ਜੋ ਵੀ ਹੈ ਬੰਦੇ ਆਪੋ ਆਪਦੇ ਘਰੇ ਜਾਓ। ਤੇ ਉਸ ਦੇ ਬਾਵਜੂਦ ਇੱਕ ਦੁਕਾਨਦਾਰ ਉਹਨਾਂ ਨਾਲ ਜਿੱਦਾ ਰਿਹਾ ਤੇ ਉਸ ਕਾਰਨ ਉਹਨਾਂ ਦੀ ਲੜਾਈ ਵੀ ਹੋ ਗਈ। ਝੜਪ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਗਈ ਹੈ ਤੇ ਉਹਦੇ ਸੱਟਾਂ ਵੀ ਲੱਗੀਆਂ। ਅਸੀਂ ਰਪਾਣੇ ਦੇ ਵਾਸੀ ਹੈਗੇ ਹਾਂ ਤੇ ਸ਼ਾਮ ਦਾ ਟਾਈਮ ਸੀਗਾ ਤੇ ਰੇਹੜੀਆਂ ਬਥੇਰੀਆਂ ਲੱਗਦੀਆਂ ਹੈਗੀਆਂ ਤੇ ਸਰ ਜੀ ਪੁਲਿਸ ਮੁਲਾਜ਼ਮ ਆਏ ਸੀ ਰਪਾਣੇ, ਇਹਨਾਂ ਨੇ ਕਿਹਾ ਵੀ ਇਕੱਠ ਨਾ ਕਰੋ, ਰੇਹੜੀਆਂ ਸਾਈਡ ਤੇ ਕਰ ਲਓ। ਸਾਰਿਆਂ ਨੇ ਕਰ ਲਈਆਂ, ਪਰ ਇਹ ਬੰਦਾ ਜਿਹਦੇ ਨਾਲ ਲੜਾਈ ਹੋਈ ਹੈ, ਇਹ ਬੰਦੇ ਨੇ ਪੁਲਿਸ ਵਾਲਿਆਂ ਦੀ ਇੱਕ ਨਹੀਂ ਸੁਣੀਗੀ ਤੇ ਇਹਨਾਂ ਦੇ ਗਲ ਪਿਆ ਹੈਗਾ ਤੇ ਗਾਲੀ ਗਲੋਚ ਵੀ ਕੀਤਾ ਤੇ ਇੱਕ ਪੁਲਿਸ ਮੁਲਾਜ਼ਮ ਦੇ ਸੱਟ ਮਾਰੀ ਬਾਂਹ ਤੇ ਇਹਨਾਂ ਨੇ। ਪ੍ਰਸ਼ਾਸਨ ਵੱਲੋਂ ਹਦਾਇਤ ਹੈ ਕਿ ਲੋਕਡਾਊਨ ਦੇ ਦੌਰਾਨ ਜ਼ਿਆਦਾ ਰਸ਼ ਨਹੀਂ ਹੁੰਦੇ ਨਾ ਬਾਜ਼ਾਰਾਂ ਦੇ ਵਿੱਚ, ਤਾਂ ਉਸ ਦੇ ਸਬੰਧ ਵਿੱਚ ਸਾਡੀ ਰੈਗੂਲਰ ਗਸ਼ਤ ਚੱਲਦੀ ਰਹਿੰਦੀ ਹੈ। ਤਾਂ ਕੱਲ੍ਹ ਰੁਪਾਣਾ ਪੁਲਿਸ ਪਾਰਟੀ ਗਸ਼ਤ ਕਰਨ ਗਈ ਸੀ, ਜਿਸ ਵਿੱਚ ਮੈਂ ਖੁਦ ਸੀ ਤੇ ਮੇਰੇ ਨਾਲ ਦੋ ਕੌਂਸਟੇਬਲ ਸੀ। ਤਾਂ ਉੱਥੇ ਇੱਕ ਰੇਹੜੀ ਵਾਲਾ ਸੀ ਜਿਹਨੇ ਕਾਫੀ ਰਸ਼ ਕੀਤਾ ਹੋਇਆ ਸੀ, ਤਾਂ ਮੇਰੀ ਹਦਾਇਤ ਤੇ ਕੁਲਦੀਪ ਕੌਂਸਟੇਬਲ ਨੂੰ ਮੈਂ ਹਦਾਇਤ ਕੀਤੀ ਕਿ ਉਹਨਾਂ ਨੂੰ ਕਿਹਾ ਜਾਵੇ ਕਿ ਜ਼ਿਆਦਾ ਰਸ਼ ਨਾ ਕਰੋ। ਉਹਨੇ ਕੋਈ ਪ੍ਰੀਕੋਸ਼ਨਸ ਨਹੀਂ ਲਈਆਂ ਸੀ, ਨਾ ਕੋਈ ਸੈਨੀਟਾਈਜ਼ਰ ਜਾਂ ਮਾਸਕ ਵਗੈਰਾ ਨਹੀਂ ਲਗਾਏ ਹੋਏ ਸੀ। ਤਾਂ ਜਦੋਂ ਕੁਲਦੀਪ ਕੌਂਸਟੇਬਲ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ, ਹੱਥੋਂ-ਪਾਈ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਕੋਲੇ ਗਏ ਬਾਕੀ ਦੋ ਮੁਲਾਜ਼ਮ ਸੀਗੇ, ਅਸੀਂ ਕੋਲ ਗਏ ਤਾਂ ਉਹਨਾਂ ਨੇ ਸਾਡੇ ਨਾਲ ਵੀ ਹੱਥੋਂ-ਪਾਈ ਕੀਤੀ। ਉਹਨਾਂ ਦੇ ਦੋ ਲੜਕੇ ਹੋਰ ਉਹ ਵੀ ਆ ਗਏ ਸੀ ਮੌਕੇ ਤੇ ਦੋ ਉਹਨਾਂ ਨਾਲ ਅਣਪਛਾਤੇ ਵਿਅਕਤੀ ਸੀਗੇ। ਤਾਂ ਇਸ ਦੌਰਾਨ ਇੱਕ ਲੜਕੇ ਨੇ ਛੁਰੀ ਚੱਕ ਕੇ ਕੁਲਦੀਪ ਸਿੰਘ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਸਿੰਘ ਨੇ ਆਪਣੀ ਖੱਬੀ ਬਾਂਹ ਅੱਗੇ ਕੀਤੀ ਤਾਂ ਉਹਨਾਂ ਦੀ ਬਾਂਹ ਤੇ ਕੱਟ ਵੀ ਲੱਗਿਆ। ਉਸ ਤੋਂ ਬਾਅਦ ਲੋਕਾਂ ਦਾ ਕਾਫੀ ਰਸ਼ ਹੋ ਗਿਆ ਤਾਂ ਜਿਸ ਦਾ ਫਾਇਦਾ ਚੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਤਾਂ ਜਦੋਂ ਅਸੀਂ ਇਸ ਸੰਬੰਧੀ ਇਤਲਾਹ ਦਿੱਤੀ ਗਈ ਤਾਂ ਥਾਣਾ ਸਦਰ ਦੇ SHO ਸਾਹਿਬ ਸਰਦਾਰ ਮਲਕੀਤ ਸਿੰਘ ਉਹ ਮੌਕੇ ਤੇ ਵਿਦਿਨ 20 ਮਿੰਟਸ ਮੌਕੇ ਤੇ ਆ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਖੁਦ ਮੌਕੇ ਦੀ ਜਾਂਚ ਕੀਤੀ ਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜੀ। ਆਗਾ ਮਾਂ ਭੈਣ ਦੀ ਕੱਢਦਾ ਫਿਰ ਮੈਨੂੰ ਆਗਾ ਕੱਢਦਾ ਤੈਨੂੰ ਪੈਸੇ ਮੰਗੇ ਸਾਲਾ ਮੇਰਾ ਤੂੰ ਪੈਸੇ ਤੇ ਮੈਂ ਕਿਹਾ ਚਾਚਾ ਦੇ ਪੈਸੇ ਹੈ ਮੈਂ ਵੀ ਨਾਲ ਇਹਨੂੰ ਪੁੱਛਣਾ ਨਹੀਂ ਮੈਂ ਪੈਸੇ ਲੈਣ ਗਿਆ ਤਾਂ ਤੂੰ ਕੀ ਲੈਣਾ ਨਹੀਂ ਕਿੰਨੇ ਚਿਰ ਦੇ ਰਹਿੰਦੇ ਪੈਸੇ ਦੱਸ ਇਹਨੂੰ ਕਿੰਨੇ ਟਾਈਮ ਤੇ ਪੈਸੇ ਮਾਂ ਭੈਣ ਕਿਉਂ ਗਾਲਾਂ ਕੱਢਦਾ ਮੈਨੂੰ ਇਹ ਪੈਸੇ ਦੇਣੇ ਨਹੀਂ ਫਿਰ ਗਾਲਾਂ ਕੱਢਦੇ ਪੈਸੇ ਨਹੀਂ ਇਹਨਾਂ ਤੇਰੀ ਗੱਲ ਕਦੀ ਬੋਲੇ ਨਹੀਂ ਯਾਰ ਬਾਕੀ ਨੂੰ ਤੂੰ ਅਖਰੀ ਚਾਹੁੰਦਾ ਹੈ ਚੌਥਾ ਬੰਦਾ ਹੈ ਕਿਉਂ ਆਇਆ ਤੂੰ ਇੱਥੇ ਕਿਉਂ ਆਇਆ ਇੱਥੇਗਾ 25 ਲੱਖ ਨਾ ਮਗਾਇਆ 9:30 ਵਜੇ ਆ ਜਾਣਾ ਕਰਾ ਤੇ ਫਿਰ ਗੋਦਨ ਕੁੜੀਆਂ ਨਹਾਈ ਜਾਂਦੀਆਂ ਸੀ ਸ਼ੈਂਪੂ ਕੋਲੇ ਖੜਾ ਸੀ ਇਹ ਸਾਡੀਆਂ ਜਿਹੜੀਆਂ ਨਹੀਂ ਤੇਰੇ ਚੱਕਰਾਂ ਉਲਟਾ ਤੂੰ ਗਾਲਾਂ ਕੱਢਦਾ ਮਾਂ ਭੈਣ ਗਾਲਾਂ ਤੈਨੂੰ ਕੋਈ ਨਹੀਂ ਭੈਣ ਤੇਰੀ ਪੁੱਠਾ ਸਾਲਾ ਫੇਰ ਨਹੀਂ ਨਾਲ ਦੇ ਪੈਸੇ ਠੀਕ ਹੈ ਨਾ ਕਰ ਲਓ ਕੀ ਕਰਨਾ ਖੜਾ ਨਾ ਐਡੀ ਨੂੰ ਕੋਈ ਗੱਲ ਨਹੀਂ ਕਹਿਣਾ ਤੇ ਫੋਂਡੀ ਹੈ ਤੂੰ ਫੋਂਡੀ ਚਲਾਉਣਾ ਤੂੰ ਵੀ ਚਲਾਉਣਾ ਤੂੰ ਮਾਰ ਜਿਹੜੇ ਯਾਰ
ਆਉਂਦਾ ਤੁਹਾਨੂੰ ਸਾਲਾ ਕੁੱਤਾ ਨਾ ਮੇਰਾ ਮਾਰ ਚੱਕ ਲਾ ਪੈਸੇ ਦੇ ਕਾਲ ਕੋਲ 90 ਕੱਢੋ ਠੀਕ ਹੈ ਓਏ ਨਾ ਬੋਲੇ ਤੇ ਮੈਂ ਜਿਹੜਾ ਛਿੱਤਰ ਬੰਦ ਕਰ ਲੈ ਯਾਰ ਬਈ ਕੀ ਕਰਨਾ ਯਾਰ ਮੈਂ ਛਿੱਤਰ ਸਾਲੇ ਨੂੰ ਜਾਣਾ ਕੀ ਹੈ ਓ ਯਾਰ ਕਰਾ ਕੇ ਤੂੰ ਆ ਰਿਹਾ ਤੇ ਭੈਣ ਦਾ ਠੀਕ ਹੈ ਤੇ ਕਰਾਇਆ ਨਹੀਂ ਨਾ ਗਾਲਾਂ ਕਰਦੀਆਂ ਤੈਨੂੰ ਹੋਰ ਕਰਨਾ ਮੈਂ ਕੀ ਕਹਿੰਦੀ ਆ ਹਟ ਜਾਓ ਯਾਰ ਉਹੀ ਗੱਲ ਫਿਰ ਤੁਹਾਡੀ ਹੈ ਕਿ ਨਹੀਂ ਯਾਰ ਭੈਣ ਚੋਦਾ ਮੰਮੀ ਤੂੰ ਜਾ ਨਹੀਂ ਛੱਡ ਕਰ ਜਾ ਕਿਉਂ ਯਾਰ ਉਹ ਤੂੰ ਛੱਡ ਦੇ ਮੰਮੀ ਪਾਸ ਛੱਡ ਜਾ ਛੱਡੋ ਨੀ ਭੈਣ ਦੀ ਲਾਉਂਦੀ ਛੱਡ ਦੇ ਮੰਮੀ ਓਏ ਸਿਰ ਪਾੜ ਦਾ ਮੁਰੇ ਤੇਲ ਬਣ ਜੂਗਾ ਬਾਅਦ ਵਿੱਚ ਜਿਹੜਾ ਨਾਂ ਲਿਖਿਆ ਗਿਆ ਫੇਰ ਇਹ ਪਾੜਨਾ ਤਾਂ ਠੀਕ ਆ ਬਸ ਹੁਣ ਛੱਡ ਦੇ ਬਹੁਤ ਹੋ ਗਿਆ ਬਸ ਛੱਡ ਦੇ ਮੈਂ ਗੱਲ ਨਹੀਂ ਵਿੱਚ ਲੜਦੇ ਕਿਉਂ ਆ ਕੋਈ ਗੱਲ ਨਹੀਂ ਰਾਜੇ ਉੱਚੀ ਆ ਠੀਕ ਹੈ ਨਾ ਦਫਾ ਬਹੁਤ ਹੋ ਗਿਆ ਹੁਣ ਬਸ ਕੋਈ ਨਹੀਂ ਆਇਆ ਸਾਰੀਆਂ ਵੀਡੀਓ ਬਣ ਗਈਆਂ ਕਿ ਜੋ ਕੁਝ ਹੋਇਆ ਹੈਗਾ ਨਾ ਬਸ ਆ ਜਾ ਅੱਛੇ ਧੋ ਲੈਣ ਚੱਪ ਕੇ ਰੱਖਿਆ ਕਰ ਲੈਣੀ ਨਹੀਂ ਕੋਈ ਗੱਲ ਨਹੀਂ ਰਹਿਣ ਦੇ ਧੋਲਾ ਵੀ ਕਹੀਏ ਨਹੀਂ ਛਿੱਲਣਾ ਟੱਪਣਾ ਹੀ ਆ ਕੋਈ ਗੱਲ ਨਹੀਂ ਧੋਲਾ ਇਹਨੂੰ ਆਏ ਕਦੋਂ ਕਰਦਾ ਹੈਗਾ ਹੁਣ ਧੋਲਾ ਹੁਣ ਇਹਨੂੰ ਮੈਂ ਕਹੀ ਇੰਨੀ ਹੈ ਨਹੀਂ ਨਾ ਧੋਲਾ ਗੱਲ ਸੁਣ ਇੱਕ ਮਿੰਟ ਧੋਲਾ ਆਖੇ ਲੱਗ ਜਾ ਉਹੀ ਤਾਂ ਮੈਂ ਆਖੀ ਜਾਂਦੀ ਮਾੜਾ ਜਿਹਾ ਧੋਲਾ ਯਾਰ ਉਹਨੂੰ ਸੁਣਦਾ ਨਹੀਂਗਾ ਫਿਰ ਹੈਲੋ ਆ ਲੈ ਹੁਣ ਧੋਲਾ ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।